ਸੰਗਤ ਏਡ ਮੈਡੀਕਲ ਫੰਡ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਹਾਨੂੰ ਤਰਨਤਾਰਨ ਸ਼ਹਿਰ ਦੇ ਅੱਜ ਇੱਕ ਐਸੇ ਘਰ ਦੇ ਵਿੱਚ ਲੈ ਕੇ ਆਏ ਹਾਂ ਜਿਸ ਘਰ ਦੇ ਥੱਲੇ ਬੈਠਿਆਂ ਉਹਨਾਂ ਦੀਆਂ ਛੱਤਾਂ ਵੱਲ ਆਟੋਮੈਟਿਕਲੀ ਜਿਹੜੀ ਉਹ ਨਿਗਾਹ ਜਾਂਦੀ ਹੈ ਕਿ ਤਰਸਯੋਗ ਹਾਲਤ ਦੇ ਵਿੱਚ ਇਸ ਮਕਾਨ ਦੀ ਜਿਹੜੀ ਇਸ ਸਮੇਂ ਸਿਚੁਏਸ਼ਨ ਹੈ, ਕਿਸ ਹਾਲਾਤਾਂ ਤੋਂ ਪਰਿਵਾਰ ਗੁਜ਼ਰਿਆ ਹੈ, ਉਹ ਆਪਾਂ ਇਹਨਾਂ ਦੇ ਘਰ ਦੀ ਜਿਹੜੀ ਇਮਾਰਤ ਹੈ ਉਹਦੇ ਵਿੱਚ ਪਈਆਂ ਤਰੇੜਾਂ ਅਤੇ ਛੱਤਾਂ ਦੇ ਉੱਤੋਂ ਡਿੱਗ ਰਿਹਾ ਸੀਮੈਂਟ ਅਤੇ ਇਸ ਇੰਨੀ ਨਾਜ਼ੁਕ ਜਿਹੜੀ ਹਾਲਤ ਹੈ ਮਕਾਨ ਦੀ, ਉਹ ਦੇਖ ਕੇ ਆਪਾਂ ਪਰਿਵਾਰ ਦੀ ਆਰਥਿਕ ਸਥਿਤੀ ਦਾ ਬਖੂਬੀ ਅੰਦਾਜ਼ਾ ਲਗਾ ਸਕਦੇ ਹਾਂ ਜੀ। ਅਤੇ ਬਾਪੂ ਅਤਰ ਸਿੰਘ ਜੀ ਰਹਿੰਦੇ ਆ ਇੱਥੇ, ਨਾਲ ਉਹਨਾਂ ਦੀ ਧਰਮ ਪਤਨੀ ਰਹਿੰਦੇ ਆ, ਨਾਲ ਉਹਨਾਂ ਦੇ ਪੁੱਤਰ ਰਹਿੰਦੇ ਆ, ਪੋਤਰੇ ਜੀ, ਪੁੱਤਰ ਦੇ ਪੋਤਰੇ ਸਾਰੇ ਇੱਥੇ ਇਸੇ ਘਰ ਦੇ ਵਿੱਚ ਹੀ ਜੀ, ਇੱਕ ਇਸ ਇੰਨੀ ਕੁ ਜਗ੍ਹਾ ਦੇ ਵਿੱਚ ਹੀ ਜਿਹੜਾ ਆਪਣਾ ਗੁਜ਼ਰ ਬਸਰ ਕਰਦੇ ਆ। ਅਤੇ ਸਾਨੂੰ ਇਹਨਾਂ ਤੱਕ ਦੱਸ ਪੈਂਦੀ ਹੈ ਕਿ ਜਿਹੜੇ ਇਹਨਾਂ ਦੇ ਪੁੱਤਰ ਨੇ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ, ਉਹਨਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਬਾਡੀ ਦੇ ਵਿੱਚ ਉਹਨਾਂ ਦੇ ਕ੍ਰੀਏਟ ਹੋਈਆਂ ਨੇ, ਕਾਫੀ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ, ਪਰ ਇਸ ਸਮੇਂ ਜਿਹੜੀਆਂ ਉਹ ਕਾਫੀ ਉਹਨਾਂ ਦੇ ਉੱਤੇ ਹਾਵੀ ਹੋ ਚੁੱਕੀਆਂ ਸੀ, ਜਿਨ੍ਹਾਂ ਦੀ ਕਰਕੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਨਾਜ਼ੁਕ ਸੀ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਭਾਈ ਸਾਹਿਬ ਹੋਰਾਂ ਦੀ ਗੱਲਬਾਤ ਹੈ ਉਹ ਸੰਗਤ ਤੱਕ ਰੱਖੀ ਜਾਵੇ, ਤਾਂ ਕਿ ਜਿਹੜਾ ਸੰਗਤ ਹੈ ਆਪਣਾ ਦਸਵੰਧ ਦੇ ਕੇ ਇਸ ਪਰਿਵਾਰ ਦੀ ਸਹਾਇਤਾ ਕਰ ਸਕੇ। ਬਾਪੂ ਅਤਰ ਸਿੰਘ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਇਹ ਸਪਸ਼ਟ ਤੌਰ 'ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜੀ ਸਥਿਤੀ ਦੇ ਵਿੱਚ ਜਿਹੜਾ ਇਸ ਸਮੇਂ ਇਹਨਾਂ ਦਾ ਜਿਹੜਾ ਗੁਜ਼ਾਰਾ ਹੈ ਉਹ ਕਿਵੇਂ ਚੱਲ ਰਿਹਾ, ਅਤੇ ਜਿਹੜੇ ਇਹਨਾਂ ਦੇ ਪੁੱਤਰ ਨੇ ਉਹ ਕੀ ਕਰਦੇ ਆ ਅਤੇ ਕਿਹੜੀਆਂ ਮੰਦਹਾਲੀਆਂ ਦੇ ਵਿੱਚੋਂ ਗੁਜ਼ਰ ਰਹੇ ਆ। ਬਾਪੂ ਜੀ, ਸੰਗਤ ਏਡ ਮੈਡੀਕਲ ਫੰਡ ਦੇ ਜ਼ਰੀਏ ਤੁਹਾਨੂੰ ਸੰਗਤ ਟੈਲੀਵਿਜ਼ਨ ਦੇ ਕਾਫੀ ਸਾਰੇ ਦਰਸ਼ਕ ਨੇ ਜਿਹੜੇ ਇਸ ਸਮੇਂ ਉਹ ਦੇਖ ਰਹੇ ਆ। ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਜਿਹੜੀਆਂ ਇੱਥੇ ਵਸ ਰਹੇ ਪੰਜਾਬੀ ਜਿਹੜੇ ਲੋਕ ਨੇ, ਪੀੜਤ ਨੇ, ਕਿਸੇ ਬਿਮਾਰੀ ਤੋਂ ਆਪਣਾ ਇਲਾਜ ਨਹੀਂ ਕਰਵਾ ਸਕਦੇ, ਜਿਹੜੀਆਂ ਸੰਗਤਾਂ ਉੱਥੇ ਬੈਠੀਆਂ ਨੇ ਉਹ ਆਪਣੀ ਦਸਾਂ ਨੌਹਾਂ ਦੀ ਜਿਹੜੀ ਕਮਾਈ ਹੈ ਉਹਦੇ 'ਚੋਂ ਦਸਵੰਧ ਕੱਢ ਕੇ ਹਮੇਸ਼ਾ ਆਪਣੇ ਪੰਜਾਬ ਵੱਲ ਨੂੰ ਝਾਤੀ ਮਾਰ ਕੇ ਦੇਖਦੇ ਆ ਕਿ ਸਾਡੇ ਪੰਜਾਬ ਦੇ ਵਿੱਚ, ਸਾਡੇ ਘਰ ਦੇ ਵਿੱਚ, ਕਿਉਂਕਿ ਪੰਜਾਬ ਨੂੰ ਆਪਣਾ ਘਰ ਮੰਨਦੇ ਆ, ਅਤੇ ਸਾਡੇ ਘਰ ਦੇ ਵਿੱਚ ਜੇ ਕੋਈ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ, ਜਿਹੜੀ ਸਾਡੀ ਕਮਾਈ ਹੈ ਉਹਦਾ ਕੁਛ ਹਿੱਸਾ ਕਿਸੇ ਦੇ ਕੰਮ ਆ ਸਕਦਾ, ਅਤੇ ਅਸੀਂ ਕਿਉਂ ਨਾ ਉਹਨੂੰ ਸੁਚੱਜੇ ਢੰਗ ਨਾਲ ਵਰਤੀਏ, ਅਤੇ ਕਿਉਂ ਨਾ ਕੋਈ ਜਿਹੜਾ ਡਿੱਗਿਆ ਆ ਉਹਨੂੰ ਹੱਥ ਤੋਂ ਫੜ ਕੇ ਜਾਂ ਉਹਨੂੰ ਮੋਢੇ ਤੋਂ ਫੜ ਕੇ ਜਿਹੜਾ ਅਸੀਂ ਖੜ੍ਹਾ ਕਰੀਏ, ਜਿਹਦੇ ਨਾਲ ਉਹ ਸਾਡੇ ਖੜ੍ਹਾ ਕਰਨ ਨਾਲੋਂ ਹੌਲੀ ਹੌਲੀ ਜਿਹੜਾ ਉਹ ਚੱਲਣ ਲੱਗ ਪਵੇ, ਉਹ ਤੁਰਨ ਫਿਰਨ ਲੱਗ ਪਵੇ, ਆਪਦੇ ਪਰਿਵਾਰ ਦੇ ਵਿੱਚ ਵਿਚਰਨ ਦੇ ਯੋਗ ਬਣ ਜਾਵੇ। ਸੋ ਬਾਪੂ ਜੀ, ਜਿੰਨੀਆਂ ਵੀ ਸੰਗਤਾਂ ਉਹ ਦੇਖ ਰਹੀਆਂ ਨੇ ਉਹਨਾਂ ਬਾਰੇ, ਉਹਨਾਂ ਨੂੰ ਆਪਣੇ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਥੋੜ੍ਹਾ ਜਿਹਾ ਜਾਣੂ ਕਰਵਾਓ ਜੀ। ਮੈਂ ਆਪਣੇ ਹਾਲਾਤ ਤੋਂ ਬਹੁਤ ਹੀ ਕਮਜ਼ੋਰ ਆ, ਮੇਰੀਆਂ ਛੱਤਾਂ ਡਿੱਗਣ ਡੀਆਂ, ਕਮਾਈ ਦਾ ਕੋਈ ਸਾਧਨ ਨਹੀਂ ਗਾ, ਅਤੇ ਨਾ ਮੈਂ ਕਮਾ ਹੀ ਸਕਦਾ, ਅੱਖਾਂ ਤੋਂ ਮੈਨੂੰ ਬਹੁਤ ਘੱਟ ਦੀਦਾ ਜੀ। ਬਾਪੂ ਜੀ, ਕਿੰਨੇ ਪੁੱਤਰ ਤੁਹਾਡੇ ਇਸ ਸਮੇਂ ਇਸ ਘਰ ਦੇ ਵਿੱਚ ਨਾਲ ਰਹਿ ਰਹੇ ਆ ਜੀ? ਇਹਦੇ 3 ਜੀ। 3 ਪੁੱਤਰ, ਅਤੇ ਉਹ ਕੀ ਰੁਜ਼ਗਾਰ ਕਰਦੇ ਆ ਜੀ? ਉਹਦੇ ਬਾਰੇ ਇੱਕ ਤਾਂ ਰਿਸ਼ਕਾ ਵਾਹੁੰਦਾ ਜੀ, ਅਤੇ ਉਹ ਵੀ ਉਹਦਾ ਦਿਮਾਗ ਨਹੀਂ ਕੰਮ ਕਰਦਾ ਜੀ, ਅਤੇ ਦੂਜਾ ਨੰਗਲੇ ਦਾ ਉਹ ਦਿਹਾੜੀ ਧੱਪੇ ਦਾ ਕੰਮ ਕਰਦਾ, ਅਤੇ ਜਿਹੜਾ ਬਿਮਾਰ ਆ ਉਹ ਹਸਪਤਾਲ। ਸੋ ਸੰਗਤ ਜੀ, ਜਿਹੜਾ ਇਹਨਾਂ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ, ਇੱਕ ਜਿਹੜੇ ਇਹਨਾਂ ਦੇ ਪੁੱਤਰ ਨੇ ਉਹ ਜਿਹੜੇ ਰਿਕਸ਼ਾ ਚਲਾਉਂਦੇ ਨੇ, ਥੋੜ੍ਹਾ ਮੈਂਟਲੀ ਡਿਸਆਰਡਰ ਤੋਂ ਵੀ ਉਹ ਇਸ ਵਕਤ ਗੁਜ਼ਰ ਰਹੇ ਨੇ, ਅਤੇ ਨਾਲ ਦੀ ਨਾਲ ਹੀ ਜਿਹੜੇ ਇੱਕ ਇਹਨਾਂ ਦੇ ਜਿਹੜੇ ਪੁੱਤਰ ਨੇ ਉਹ ਦਿਹਾੜੀ ਦਾ ਕੰਮ ਕਰਕੇ ਕੋਈ ਮਿਸਤਰੀ ਦੇ ਨਾਲ ਜਾਂ ਕਿਤੇ ਵੀ ਆਪਣਾ ਜਿਹੜਾ ਰੁਜ਼ਗਾਰ ਹੈ ਉਹ 300-350 ਰੁਪਈਆ ਜਿਹੜਾ ਇੱਕ ਦਿਨ ਦਾ ਉਹਨਾਂ ਨੂੰ ਮਿਲਦਾ, ਉਹਦੇ ਨਾਲੋਂ ਆਪਣਾ ਜੀ ਬਿਲਕੁਲ ਜੀ, ਉਹਦੇ ਨਾਲ ਵੀ ਉਹ ਜਿਹੜਾ ਆਪਣਾ ਉਹਦੇ ਨਾਲ ਗੁਜ਼ਾਰਾ ਕਰਦੇ ਆ। ਸੋ ਜਿਹੜੇ ਤੀਸਰੇ ਪੁੱਤਰ ਨੇ ਇਹਨਾਂ ਦੇ, ਉਹ ਹੌਸਪੀਟਲ ਵਿਖੇ ਜਿਹੜੇ ਦਾਖਲ ਨੇ, ਇਲਾਜ ਦੇ ਅਧੀਨ ਨੇ, ਅਤੇ ਉਹ ਕਾਫੀ ਗੰਭੀਰ ਬਿਮਾਰੀਆਂ ਤੋਂ ਇਸ ਸਮੇਂ ਪੀੜਤ ਨੇ, ਅਤੇ ਬਿਮਾਰੀਆਂ ਜਿਹੜੀਆਂ ਸਾਰੇ ਪਾਸਿਓਂ ਹਾਵੀ ਹੋ ਚੁੱਕੀਆਂ ਨੇ ਉਹਨਾਂ ਦੇ ਉੱਤੇ, ਜਿਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ। ਅਤੇ ਬਾਪੂ ਜੀ, ਹੁਣ ਫਿਰ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਵੀ ਬਹੁਤ ਤੰਗ ਹੋ। ਮੈਂ ਵੀ ਹਾਰਟ ਅਟੈਕ ਦਾ ਮਰੀਜ਼ ਹਾਂ ਜੀ। ਸੰਗਤ ਜੀ, ਇਸ ਸਮੇਂ ਸਾਡੇ ਨਾਲ ਮਹਾਂਵੀਰ ਸਿੰਘ ਜੀ ਮੌਜੂਦ ਨੇ,
ਜੋ ਇੱਥੇ ਲੋਕਲ ਤਰਨਤਾਰਨ ਦੇ ਸ਼ਹਿਰ ਦੇ ਵਸਨੀਕ ਨੇ, ਤੇ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਭਾਈ ਸਾਹਿਬ ਹੋਰਾਂ ਦੇ, ਭਾਈ ਅਤਰ ਸਿੰਘ ਹੋਰਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕੰਮਕਾਰ ਕਰਦੇ ਆ, ਜਿਨ੍ਹਾਂ ਦੇ ਜ਼ਰੀਏ ਇਹਨਾਂ ਨੂੰ ਪਤਾ ਲੱਗਦਾ ਕਿ ਇਸ ਘਰ ਦਾ ਜਿਹੜਾ ਪੁੱਤਰ ਹੈ ਭਾਈ ਸਾਹਿਬ ਨੇ ਜਿਹੜੇ ਉਹ ਪੀੜਤ ਨੇ ਬਿਮਾਰੀ ਤੋਂ, ਤੇ ਉਹ ਸਾਨੂੰ ਸਾਡੇ ਤੱਕ ਉਹ ਗੱਲ ਪਹੁੰਚਦੀ ਹੈ। ਸੰਗਤ ਏਡ ਮੈਡੀਕਲ ਫੰਡ ਜਿਹੜਾ ਉਹ ਇਸ ਗੱਲ ਦੇ ਉੱਤੇ ਜਿਹੜਾ ਗੌਰ ਕਰਦਾ ਤੇ ਇਹਨਾਂ ਨੂੰ ਦਿਲਾਸਾ ਦਿੰਦਾ ਨਾਲ ਦੀ ਨਾਲ ਕਿ ਜਿਹੜਾ ਸੰਗਤ ਦੇ ਅੱਗੇ ਗੁਹਾਰ ਲਗਾਈ ਜਾਵੇਗੀ, ਬੇਨਤੀ ਕੀਤੀ ਜਾਏਗੀ ਤਾਂ ਕਿ ਜਿਹੜੀ ਸੰਗਤ ਹੈ ਉਹ ਆਪਣੇ ਦਸਵੰਧ ਰੂਪੀ ਜਿਹੜੀ ਮਾਇਆ ਕੱਢਦੀ ਏ ਉਹਦੇ ਨਾਲ ਉਹਨਾਂ ਦਾ ਇਲਾਜ ਹੋ ਸਕੇ। ਤੇ ਭਾਈ ਸਾਹਿਬ ਹੋਰਾਂ ਤੋਂ ਵੀ ਜਾਣਾਂਗੇ ਆਪਾਂ ਵਿਸਥਾਰ ਦੇ ਵਿੱਚ ਕਿ ਕਿਵੇਂ ਤੁਹਾਨੂੰ ਇਹ ਸਭ ਕੁਝ ਪਤਾ ਲੱਗਦਾ ਤੇ ਤੁਸੀਂ ਕਦੋਂ ਤੋਂ ਇਸ ਪਰਿਵਾਰ ਨੂੰ ਜਾਣਦੇ ਹੋ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਪਰਿਵਾਰ ਨਾਲ ਸਾਡਾ ਸੰਬੰਧ ਜੀ ਆਲਮੋਸਟ 18-20 ਸਾਲ ਹੋ ਗਿਆ ਜੀ। ਪਹਿਲਾਂ ਇਹਨਾਂ ਦੇ ਘਰ ਕੰਮ ਕਰਦੇ ਸੀਗੇ ਆਪਣੇ। ਇਹ ਅਸਲ 'ਚ ਪਰਿਵਾਰ ਪਿੱਛੋਂ ਭਲਵਾਨਾਂ ਦਾ ਪਰਿਵਾਰ ਗਿਣਿਆ ਜਾਂਦਾ ਸੀ। ਬਹੁਤ ਤਗੜੇ ਭਲਵਾਨ ਸੀ ਇਹਨਾਂ ਦੇ, ਜਿਹੜੇ ਪੁਰਖੇ ਸੀਗੇ ਚੱਕੀ ਦਾ ਪੁੜ ਚੁੱਕ ਦਿੰਦੇ ਹੁੰਦੇ ਸੀਗੇ। ਉਹ ਕੋਈ ਸ਼ਾਜੀ ਅਧੀਨ ਉਹਨਾਂ ਨੇ ਕੋਈ ਪਾਰਾ ਦੇ ਕੇ ਮਾਰ ਦਿੱਤਾ। ਉਸ ਤੋਂ ਬਾਅਦ ਇਹਨਾਂ ਦਾ ਕੰਮ ਇੰਨਾ ਕੁ ਡਾਊਨ ਹੋ ਗਿਆ ਵੀ ਇਹ ਉਹ ਸਟੈਂਡ 'ਤੇ ਹੋ ਹੀ ਨਹੀਂ ਸਕੇ। ਅਜੇ ਵੀ ਇਹ ਚਾਹੁੰਦੇ ਆ ਸਾਡਾ ਕੋਈ ਪੋਤਰਾ ਕੋਈ ਭਲਵਾਨ ਨਿਕਲੇ, ਉਹਦੇ ਲਈ ਖੁਰਾਕ ਦਾ ਬੰਦੋਬਸਤ ਹੋਵੇ। ਬੱਚੇ ਵੀ ਗਾਂ ਪੜ੍ਹਨ ਵਾਲੇ ਨੇ, ਇਹਨਾਂ ਦੇ ਮਾਲੀ ਹਾਲਾਤ ਪਰ ਇੰਨੇ ਕੁ ਮਾੜੇ ਹੋ ਗਏ ਤੁਸੀਂ ਦੇਖ ਹੀ ਲੈਣੇ। ਪਹਿਲਾਂ ਘਰੋਂ ਕੰਮ ਕਰਦੇ ਸੀ, ਫਿਰ ਇਹਨਾਂ ਦੀ ਨਹੁੰ ਆ ਗਈ। ਇੰਨੇ ਕੁ ਇਮਾਨਦਾਰੀ ਨਾਲ ਘਰੇ ਕੰਮ ਕਰਦੇ ਆ ਵੀ ਅਸੀਂ ਸਾਨੂੰ ਤਾਂ ਯਕੀਨ ਅਸੀਂ ਘਰ ਛੱਡ ਕੇ ਜਾ ਸਕਦੇ ਹਾਂ। ਹੋਰ ਇੱਕ ਦੋ ਘਰਾਂ 'ਚੋਂ ਭਾਂਡੇ ਮਾਂਜਦੇ, ਪਰ ਆਪਣੀ ਮਿਹਨਤ ਨਾਲ ਕਮਾ ਕੇ ਖਾਣ ਵਾਲੇ ਬੰਦੇ ਕਿਸੇ ਅੱਗੇ ਹੱਥ ਨਹੀਂ ਟੱਟਦੇ ਇਹ, ਕਿਉਂਕਿ ਪਿੱਛੋਂ ਪਰਿਵਾਰ ਹੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ ਜੱਦੀ ਪੁਸ਼ਤੀ ਭਲਵਾਨਾਂ ਦਾ। ਤੇ ਹਾਂ, ਤੇ ਉਹ ਦੇਖੋ ਹਾਲਾਤ, ਤੁਸੀਂ ਕੋਈ ਰਿਕਸ਼ਾ ਠੀਕ ਕਰ ਰਿਹਾ ਉਹ ਵਿਚਾਰਾ, ਉਹ ਥੋੜਾ ਮੈਂਟਲੀ ਅਪਸੈਟ ਹੈ ਜੀ। ਠੀਕ ਆ ਜੀ। ਸੰਗਤ ਜੀ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਇੱਕ ਪੁੱਤਰ ਨੇ ਇਸ ਸਮੇਂ ਜਿਹੜੇ ਆਪਣੇ ਰਿਕਸ਼ੇ ਦੀ ਜਿਹੜੀ ਰਿਪੇਅਰਿੰਗ ਕਰ ਰਹੇ ਆ ਘਰ ਦੇ ਵਿੱਚ ਹੀ। ਤੇ ਇੱਕ ਬੜੀ ਸੋਹਣੀ ਗੱਲ ਵੀ ਇਹ ਕਿ ਰਿਕਸ਼ਾ ਚਲਾਉਣ ਦੇ ਨਾਲ ਨਾਲ ਉਹਦੀ ਮੁਰੰਮਤ ਬਾਰੇ ਇਹ ਕਿੰਨੀ ਵਧੀਆ ਜਾਣਕਾਰੀ ਰੱਖਦੇ ਆ ਤੇ ਆਪਣੇ ਘਰ ਦੇ ਵਿੱਚ ਹੀ ਉਹਦੀ ਮੁਰੰਮਤ ਕਰ ਰਹੇ ਆ ਤਾਂ ਕਿ ਜਿਹੜਾ ਉਹ ਵੀ ਲੇਬਰ ਦਾ ਖਰਚਾ ਹੈ ਜਾਂ ਹੋਰ ਠੀਕ ਕਰਵਾਉਣ ਦਾ ਖਰਚਾ ਇਹਨਾਂ ਦਾ ਬਚ ਸਕੇ। ਤੇ ਪੂਰੀ ਮਿਹਨਤ ਦੇ ਨਾਲ ਅਸੀਂ ਜਦੋਂ ਤੋਂ ਆਏ ਆ ਉਦੋਂ ਤੋਂ ਭਾਈ ਸਾਹਿਬ ਹੋਰਾਂ ਨੂੰ ਦੇਖ ਰਹੇ ਆ ਤੇ ਉਹ ਬਿਲਕੁਲ ਆਪਣੇ ਕੰਮ ਦੇ ਵਿੱਚ ਉਹ ਮਗਨ ਨੇ ਤੇ ਨਿਰੰਤਰ ਉਹ ਆਪਣਾ ਕੰਮ ਜਾਰੀ ਇਹਨਾਂ ਨੇ ਰੱਖਿਆ ਹੋਇਆ ਉਦੋਂ ਦਾ। ਤੇ ਭਾਈ ਸਾਹਿਬ ਜੀ ਦੇਖ ਰਹੇ ਆ ਕਿ ਇਹਨਾਂ ਦੇ ਕੋਠੇ ਵੀ ਕਾਫੀ ਜਿਹੜੇ ਉਹ ਨੀਵੇਂ ਆ। ਆਰਥਿਕ ਜਿਹੜੀ ਸਥਿਤੀ ਇੱਥੋਂ ਵੀ ਝਲਕਦੀ ਏ ਕਿ ਜਦੋਂ ਇੱਕ ਸਟੈਪ ਜਿਹੜਾ ਥੱਲੇ ਜਾਣਾ ਪੈਂਦਾ ਇਹਨਾਂ ਦੇ ਅੰਦਰ ਕਮਰਿਆਂ ਦੇ ਵਿੱਚ ਵੜਨ ਵਾਸਤੇ, ਤੇ ਛੱਤਾਂ ਤੇ ਨਾਲ ਦੀ ਨਾਲ ਜਿਹੜੀਆਂ ਕੰਧਾਂ ਨੇ ਉਹ ਵੀ ਬੜੀਆਂ ਗੰਭੀਰ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਸ ਸਮੇਂ ਜਿਨ੍ਹਾਂ ਦਾ ਵਸਾਹ ਨਹੀਂ ਖਾਧਾ ਜਾ ਸਕਦਾ। ਕਿਸੇ ਟਾਈਮ ਵੀ ਰਾਤ ਨੂੰ ਕੋਈ ਭਾਣਾ ਵਾਪਰ ਸਕਦਾ ਜੀ। ਹੁਣ ਸੰਗਤ ਦੇ ਮਨ 'ਚ ਇੱਕ ਕੁਐਸਚਨ ਜ਼ਰੂਰ ਆਏਗਾ ਵੀ ਜੇ ਆਪ ਜੀ ਦੇ ਜਾਂ ਹੋਰ ਕਿਸੇ ਚੰਗੇ ਘਰਾਂ 'ਚ ਕੰਮ ਕਰਦੇ ਫਿਰ ਤੁਸੀਂ ਕਿਉਂ ਨਹੀਂ ਮਦਦ ਕਰਦੇ ਜੀ। ਅਸੀਂ ਵੀ ਮਦਦ ਕਰ ਰਹੇ ਹਾਂ ਜੀ ਇਹਨਾਂ ਦੀ। ਠੀਕ ਹੈ ਜੀ। ਇੱਕ ਇਹਨਾਂ ਨੇ ਘਰ ਬਣਾਇਆ, ਜੇ ਥੋੜ੍ਹੀ ਅਸੀਂ ਹੈਲਪ ਕੀਤੀ ਇਹਨਾਂ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੇ ਇੱਕ ਬੇਟੀ ਬਹੁਤ ਇੰਟੈਲੀਜੈਂਟ ਆ, ਪੜ੍ਹਨ ਵਾਲੀ ਹੈ ਔਰ BSc ਨਰਸਿੰਗ ਕਰ ਰਹੀ ਆ ਉਹ ਬੇਟੀ ਇਹਨਾਂ ਦੀ, ਔਰ ਵੈਲ ਕੁਆਲੀਫਾਈਡ ਉਹ ਹੈਗੀ ਆ, ਇੰਟੈਲੀਜੈਂਟ ਫਸਟ ਆਈ ਆ ਉਹ ਜੀ। ਕਿਉਂਕਿ ਸਾਡਾ ਇਹ ਆ ਵੀ ਇਹਨਾਂ ਦੇ ਵਿੱਚ ਪਰਿਵਾਰ 'ਚ ਕੋਈ ਇੱਕ ਮੈਂਬਰ ਪੜ੍ਹ ਜਾਵੇ ਤੇ ਗਰੀਬੀ ਦੇ ਮੰਦਹਾਲੀ ਦੇ ਹਾਲਾਤ ਜਿਹੜੇ ਹੈਗੇ ਉਹ ਕੱਟੇ ਜਾਣਗੇ। ਬਿਲਕੁਲ। ਬੱਚਾ ਵੀ ਇਹਨਾਂ ਦਾ ਵਕੀਲੀ ਵਾਲੇ ਪਾਸੇ ਜਾ ਰਿਹਾ ਕਿਉਂਕਿ ਉਹ ਵਕੀਲ ਦੇ ਅੰਡਰ ਕੰਮ ਕਰਦਾ। ਜਿਹੜਾ ਹੁਣ ਹੈਗਾ ਉਹਨੂੰ ਸੀਗਾ ਮੈਂ ਆਪਣੇ ਪੁੱਤ ਨੂੰ ਵਕੀਲ ਬਣਾਵਾਂ, ਔਰ ਜੀ ਤੋੜ ਕਰਕੇ ਉਹ ਮਿਹਨਤ ਕਰ ਰਿਹਾ। ਹੁਣ ਉਹਦੇ ਇੰਨੇ ਹਾਲਾਤ ਮਾੜੇ, ਬ੍ਰੇਨ ਟਿਊਮਰ ਆ ਗਿਆ, ਵਿੱਚ ਪਾਣੀ ਭਰ ਗਿਆ, ਸ਼ੂਗਰ ਦਾ ਉਹ ਮਰੀਜ਼ ਏ, ਉਹ ਕਿ ਬਹੁਤ ਜ਼ਿਆਦਾ। ਪਰ ਅਸੀਂ ਜਿੰਨੀ ਕੁ ਸਾਡੀ ਹੈਸੀਅਤ ਅਸੀਂ ਵੀ ਮਦਦ ਕਰ ਰਹੇ ਹਾਂ, ਪਰ ਉਹ ਖਰਚ ਬਹੁਤ ਜ਼ਿਆਦਾ ਆ ਗਿਆ। ਇਸ ਕਰਕੇ ਸਾਡੀ ਹੁਣ ਹੱਥ ਜੋੜ ਕੇ ਬੇਨਤੀ ਆ ਵੀ ਇਹ ਸਾਰਿਆਂ ਸਹਿਯੋਗ ਨਾਲ ਹੀ ਇਹ ਆਲਾ ਸਾਰਾ ਹੋਏਗਾ ਜੀ। ਇੱਕ ਬੰਦਾ ਇਕੱਲਾ ਕੁਛ ਨਹੀਂ ਇਹਦੇ ਵਿੱਚ ਕਰ ਸਕਦਾ ਜੀ। ਅਸੀਂ ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਉਹਨਾਂ ਦੇ, ਆਪ ਜੀ ਦੇ, ਸਾਰਿਆਂ ਦੇ ਵੀ ਆਪ ਜੀ ਨੇ ਸਾਡੀ ਸੁਣੀ। ਔਰ ਇਹ ਪਰਿਵਾਰ ਦਾ ਮੈਂਬਰ ਮਹਾਰਾਜ ਕਰਨ ਇਹਨਾਂ ਕੋਲ ਘਰ 'ਚ ਵਾਪਸ ਆਵੇ ਤੇ ਆਪਣਾ ਫਿਰ ਉਸੇ ਤਰ੍ਹਾਂ ਰੁਜ਼ਗਾਰ ਚਲਾਵੇ, ਬੱਚਿਆਂ ਦੇ ਪ੍ਰਤੀ ਪੜ੍ਹਾਵੇ, ਮਾਂ ਪਿਓ ਦੀ ਸੇਵਾ ਕਰੇ, ਆਪਣਾ ਫਿਰ ਤੋਂ ਆਪਣਾ ਮਿਹਨਤ ਕਰਕੇ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਵੇ। ਬਸ ਇੰਨੀ ਕੁ ਸਾਡੀ ਬੇਨਤੀ। ਸੰਗਤ ਜੀ ਇੱਕ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਕੋਈ ਵੀ ਬਿਮਾਰੀ ਆਪਣਾ ਘਾਤਕ ਰੂਪ ਹੈ ਜਿਹੜਾ ਧਾਰਨ ਕਰ ਲੈਂਦੀ ਏ ਤੇ ਉਹਦੇ ਤੇ ਖਰਚ ਫਿਰ ਹਜ਼ਾਰਾਂ ਤੋਂ ਲੱਖਾਂ ਦੇ ਵਿੱਚ ਪਹੁੰਚ ਜਾਵੇ ਤੇ ਉਹ ਕੋਈ ਵੀ 2-4 ਪਰਿਵਾਰ ਨੇ ਜਿਹੜੇ ਰਲ ਕੇ ਉਹ ਖਰਚ ਨਹੀਂ ਚੁੱਕ ਸਕਦੇ। ਸੋ ਇਸ ਕਰਕੇ ਭਾਈ ਸਾਹਿਬ ਨੇ ਬਹੁਤ ਸੋਹਣੀ ਗੱਲ ਕਹੀ, ਬੜਾ ਵਧੀਆ ਸੰਗਤ ਨੂੰ ਇਹ ਚੀਜ਼ ਕਲੀਅਰ ਕੀਤੀ ਤੇ ਜਿਹੜਾ ਉਹ ਆਪਣੀ ਮਤਲਬ ਜੇਬ ਦੇ ਅਨੁਸਾਰ ਜਿਹੜਾ ਉਹ ਵੀ ਬਿਲਕੁਲ ਹੈਲਪ ਕਰਦੇ ਆ ਪਰਿਵਾਰ ਦੀ। ਪਰ ਜਿਹੜੇ ਖਰਚੇ ਇੰਨੇ ਜ਼ਿਆਦਾ ਇਲਾਜ ਦੇ ਹੋ ਜਾਂਦੇ ਆ, ਉਹ ਲੱਖਾਂ ਦੇ ਵਿੱਚ ਪਹੁੰਚ ਜਾਂਦੇ ਆ। ਤੇ ਬਾਕੀ ਭਾਈ ਸਾਹਿਬ ਜੀ ਸੰਗਤ ਵੀ ਜਿਹੜੀ ਉਹ ਰੱਬ ਦਾ ਰੂਪ ਹੈ ਤੇ ਸੰਗਤ ਏਡ ਮੈਡੀਕਲ ਫੰਡ ਦੇ ਨਾਲ ਜਿਹੜੀਆਂ ਹੁਣ ਤੱਕ ਸੰਗਤਾਂ ਜੁੜੀਆਂ ਹੋਈਆਂ ਨੇ
ਸਾਨੂੰ ਜ਼ਰੂਰ ਉਹਨਾਂ ਤੇ ਸਾਨੂੰ ਮਾਣ ਵੀ ਹੈ ਤੇ ਸਾਨੂੰ ਆਸ ਵੀ ਹੈ ਕਿ ਉਹ ਜ਼ਰੂਰ ਇਸ ਜਿਹੜੇ ਭਾਈ ਸਾਹਿਬ ਨੇ ਇਹਨਾਂ ਵਾਸਤੇ ਵੀ ਜ਼ਰੂਰ ਆਪਣਾ ਦਸਵੰਧ ਰੂਪੀ ਜਿਹੜਾ ਹਿੱਸਾ ਹੈ ਉਹ ਕੱਢਣਗੇ। ਸੰਗਤ ਜੀ, ਜਿਹੜੇ ਬਜ਼ੁਰਗ ਬਾਪੂ ਨਾਲ ਤੁਹਾਡੀ ਗੱਲਬਾਤ ਕਰਵਾਈ ਸੀ ਅਤਰ ਸਿੰਘ ਜੀ ਨਾਲ, ਉਹ ਵੀ ਜਿਹੜਾ ਵਕੀਲ ਦੇ ਨਾਲ ਕੰਮ ਕਰਦੇ ਰਹੇ ਆ, ਕਰੀਬ 20 ਸਾਲ ਉਹਨਾਂ ਨੇ ਜਿਹੜਾ ਉਹਨਾਂ ਦੇ ਨਾਲ ਐਜ਼ ਏ ਅਸਿਸਟੈਂਟ ਕੰਮ ਕੀਤਾ, ਉਹਨਾਂ ਦੀਆਂ ਫਾਈਲਾਂ ਵਗੈਰਾ ਦੇਖਣੀਆਂ, ਫੜਨੀਆਂ, ਜਾਂ ਕੋਈ ਚਾਹ ਪਾਣੀ ਉਹਨਾਂ ਨੂੰ ਪਿਆਉਣਾ, ਜਾਂ ਕੁਛ ਵੀ ਆਪਾਂ ਕਹਿ ਸਕਦੇ ਹਾਂ। ਉਹਨਾਂ ਨੇ ਮਤਲਬ ਮਿਹਨਤ ਵਾਲਾ ਕੰਮ ਕੀਤਾ। ਤੇ ਇੱਕ ਬੜੀ ਹੋਰ ਸਾਨੂੰ ਤਰਸਯੋਗ ਜਿਹੜੀ ਗੱਲ ਸੁਣਨ ਨੂੰ ਮਿਲੀ ਪਰਿਵਾਰ ਬਾਰੇ ਕਿ ਇਹਨਾਂ ਨੇ ਕਾਫੀ ਪੈਸੇ ਪੂਸੇ ਇਕੱਠੇ ਕਰਕੇ ਇਹਨਾਂ ਨੇ ਸਾਈਕਲ ਸਟੈਂਡ ਦਾ, ਜਿਹੜਾ ਮੋਟਰਸਾਈਕਲ ਸਟੈਂਡ ਦਾ, ਉਹ ਠੇਕਾ ਲੈ ਲਿਆ ਕਚਹਿਰੀਆਂ ਦੇ ਵਿੱਚ। ਪੁਰਾਣੀਆਂ ਕਚਹਿਰੀਆਂ ਸੀ ਉਦੋਂ ਕੋਈ ਤਰਨਤਾਰਨ ਸਾਹਿਬ ਦੇ ਵਿੱਚ। ਤੇ ਉਹ ਇਸ ਤਰ੍ਹਾਂ ਇਸ ਕਦਰ ਜਿਹੜੀ ਕਿਸਮਤ ਇਹਨਾਂ ਦਾ ਸਾਥ ਛੱਡ ਗਈ ਕਿ ਉਹ ਕਚਹਿਰੀਆਂ ਜਿਹੜੀਆਂ ਬੰਦ ਹੋ ਗਈਆਂ ਤੇ ਇਹਨਾਂ ਦੇ ਪੈਸੇ ਵੀ ਵਿਅਰਥ ਹੋ ਗਏ। ਨਾਲ ਦੀ ਨਾਲ ਨਵੀਆਂ ਕਚਹਿਰੀਆਂ ਦਾ ਜਿਹੜਾ ਠੇਕਾ ਸੀ ਉਹ ਵੀ ਲੱਖਾਂ ਦੇ ਵਿੱਚ ਚਲਾ ਗਿਆ, ਜਿਹਦੇ ਕਰਕੇ ਇਹ ਅਫੋਰਡ ਨਹੀਂ ਸੀ ਕਰ ਸਕਦੇ ਫਾਈਨੈਂਸ਼ੀਅਲੀ ਕਿ ਇਹ ਦੁਬਾਰਾ ਨਵੀਆਂ ਕਚਹਿਰੀਆਂ ਨੇ ਜਿਹੜੀਆਂ ਉਹ ਆਪਣੇ ਅਧੀਨ ਕਰ ਸਕਣ ਠੇਕੇ ਦੇ ਜ਼ਰੀਏ। ਸੋ ਉਹ ਜਿਹੜੀ ਇਹਨਾਂ ਦੀ ਪਲੈਨਿੰਗ ਸੀ ਬਹੁਤ ਵਧੀਆ ਸੀ ਵੈਸੇ ਤਾਂ, ਪਰ ਉਹ ਕਹਿ ਸਕਦੇ ਹਾਂ ਵੀ ਇਹਨਾਂ ਕਾਰਨਾਂ ਕਰਕੇ ਉਹ ਕਾਮਯਾਬ ਨਹੀਂ ਹੋ ਸਕੀ, ਤੇ ਜਿਹਦੇ ਕਰਕੇ ਇਸ ਪਰਿਵਾਰ ਨੂੰ ਇੱਕ ਹੋਰ ਠੋਕਰ ਲੱਗੀ, ਇੱਕ ਹੋਰ ਮਾਰ ਵੱਜੀ, ਜਿਹਦੇ ਕਰਕੇ ਇਹਨਾਂ ਦੀ ਆਰਥਿਕ ਮੰਦਹਾਲੀ ਜਿਹੜੀ ਉਹ ਥੱਲੇ ਦੀ ਥੱਲੇ ਜਾਂਦੀ ਰਹੀ। ਤੇ ਬੀਬੀ ਜੀ ਵੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਸੰਗਤ ਤੁਹਾਨੂੰ ਦੇਖ ਰਹੀ ਏ, ਸੰਗਤ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ, ਤੇ ਤੁਸੀਂ ਉਹਨਾਂ ਨੂੰ ਥੋੜ੍ਹਾ ਦੱਸੋ ਕਿ ਹੁਣ ਜਿਹੜੇ ਮੌਜੂਦਾ ਹਾਲਾਤ ਨੇ ਪਰਿਵਾਰ ਦੇ ਉਹ ਕਿਸ ਤਰ੍ਹਾਂ ਨੇ ਜੀ? ਅਸੀਂ ਤੇ ਬਹੁਤ ਗਰੀਬ ਹਾਂ ਜੀ, ਬਹੁਤ ਗਰੀਬ। ਮਿਹਨਤ ਬੜੀ ਕੀਤੀ ਆ, 20 ਸਾਲ ਮੈਂ ਕੰਮ ਕਰ ਕਰਕੇ, ਲੋਕਾਂ ਦੇ ਭਾਂਡੇ ਮਾਂਜ ਕੇ, ਸਫਾਈਆਂ ਕਰਕੇ ਇੱਥੋਂ ਤੱਕ ਪਹੁੰਚੀ। ਮੁੜ ਕੇ ਮੈਂ ਬਿਮਾਰ ਹੋ ਗਈ, ਫਿਰ ਮੈਂ ਆਪਣੀਆਂ ਨੂੰਹਾਂ ਨੂੰ ਭੇਜ ਦਿੱਤਾ। ਭਾਈ ਮਹਾਂਵੀਰ ਸਿੰਘ ਜਿਨ੍ਹਾਂ ਦੇ ਘਰੇ ਇਹ 2 ਸਾਲ ਬੀਬੀ ਜੀ ਪਹਿਲਾਂ ਕੰਮ ਕਰਦੇ ਰਹੇ ਆ, ਉਸ ਤੋਂ ਬਾਅਦ ਕਰੀਬ 18 ਸਾਲ ਤੁਸੀਂ ਕਹਿ ਰਹੇ ਹੋ ਗਏ ਆ ਇਹਨਾਂ ਦੀਆਂ ਜਿਹੜੀਆਂ ਨੂੰਹਾਂ ਨੇ, ਗਾਂ ਅੱਗੇ ਜਿਹੜਾ ਇਹਨਾਂ ਦਾ ਜਨਰੇਸ਼ਨ ਕਹਿ ਸਕਦੇ ਆ ਉਹ ਕੰਮ ਕਰ ਰਹੀ ਉੱਥੇ। ਤੇ ਇੱਕ ਰਿਸ਼ਤਾ ਵੀ ਬਣ ਜਾਂਦਾ ਜਿਨ੍ਹਾਂ ਦੇ ਘਰੇ ਆਪਾਂ ਇੰਨੇ ਲੰਮੇ ਸਮੇਂ ਤੋਂ ਕਰਦੇ ਆ, ਤਾਂ ਹੀ ਉਹਨਾਂ ਨੇ ਆਪਣੀ ਪਹਿਲਾਂ ਮਤਲਬ ਜੇਬ ਦੇ ਅਨੁਸਾਰ ਤੁਹਾਡੀ ਮਦਦ ਕਰਨ ਦੇ ਬਾਵਜੂਦ ਜਦੋਂ ਲੋੜ ਪਈ ਤੇ ਉਹਨਾਂ ਨੇ ਇੱਕ ਬੜਾ ਹੀ ਵਧੀਆ, ਮੈਨੂੰ ਲੱਗਦਾ ਉਹਨਾਂ ਨੇ ਸਾਬਤ ਹੋਇਆ ਉਹਨਾਂ ਦਾ ਰਿਸ਼ਤਾ ਤੁਹਾਡੇ ਨਾਲ, ਕਿਉਂਕਿ ਉਹਨਾਂ ਨੇ ਸੰਗਤ ਦੇ ਅੱਗੇ ਗੁਹਾਰ ਲਗਾਈ ਹੈ। ਕਿੰਨੀ ਵਧੀਆ ਗੱਲ ਹੈ ਕਿ ਉਹਨਾਂ ਸੰਗਤ ਤੱਕ ਪਹੁੰਚ ਕੀਤੀ, ਜਿਹਦੇ ਕਰਕੇ ਇਸ ਪਰਿਵਾਰ ਨੂੰ ਜਿਹੜਾ ਉਹ ਸਹਾਰਾ ਮਿਲ ਸਕੇ। ਭਾਈ ਮਹਾਂਵੀਰ ਸਿੰਘ ਨੇ ਜਿਹੜੇ ਇੱਕ ਬਹੁਤ ਵਧੀਆ ਜ਼ਰੀਆ ਬਣੇ ਇਹਨਾਂ ਵਾਸਤੇ, ਤੇ ਇੱਕ ਚੰਗੇ ਆਪਾਂ ਕਹਿ ਸਕਦੇ ਹਾਂ ਕਿ ਨਾਗਰਿਕ ਦਾ ਇਹੀ ਮੁੱਢਲਾ ਫਰਜ਼ ਹੀ ਹੁੰਦਾ ਕਿ ਜੇ ਆਪਾਂ ਨੂੰ ਕੋਈ ਦੀਨ ਦੁਖੀ ਜਾਂ ਕੋਈ ਲੋੜਵੰਦ ਆਪਣੇ ਆਸੇ-ਪਾਸੇ ਜਾਂ ਆਪਣੇ ਅਧੀਨ ਕੋਈ ਕੰਮ ਕਰਦਾ, ਆਪਣੇ ਘਰ ਦੇ ਵਿੱਚ ਕੰਮ ਕਰਦਾ, ਆਪਾਂ ਨੂੰ ਕੋਈ ਲੋੜਵੰਦ ਦਿਸਦਾ, ਤੇ ਆਪਾਂ ਪਹਿਲ ਦੇ ਆਧਾਰ ਤੇ ਜਿਹੜਾ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਮਦਦ ਹੋ ਸਕੇ। ਤੇ ਬੀਬੀ ਜੀ, ਸੰਗਤ ਨੂੰ ਤੁਸੀਂ ਇਸ ਸਮੇਂ ਕੀ ਕਹਿਣਾ ਚਾਹੋਗੇ ਜੀ ਜਿਹੜੀ ਤੁਹਾਨੂੰ ਦੇਖ ਰਹੀ ਹੈ ਜੀ? ਸੰਗਤ ਨੂੰ ਇਹ ਕਹਾਂਗਾ, ਬੇਨਤੀ ਕਰੂੰਗੀ ਮੈਂ ਉਹਨਾਂ ਦੇ ਅੱਗੇ, ਬਸ ਹੋਰ ਕੁਛ। ਇੱਥੇ ਮਿਹਨਤੀ ਬੰਦੇ ਆ, ਮੈਂ ਬਿਮਾਰ ਸ਼ਮਾਰ ਰਹਿੰਦੀ ਹਾਂ, ਹੁਣ ਮੈਂ ਤੁਰ ਫਿਰ ਨਹੀਂ ਸਕਦੀ, ਮੇਰੇ ਕੋਲ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ। ਸੰਗਤ ਜੀ, 2 ਪੋਰਸ਼ਨਾਂ ਦੇ ਵਿੱਚ ਇਹ ਮਕਾਨ ਹੈ, ਜਿਹਦੇ 'ਚ 3 ਭਰਾ ਨੇ ਜਿਹੜੇ ਉਹ ਆਪਣਾ ਗੁਜ਼ਾਰਾ ਕਰ ਰਹੇ ਆ। ਤੇ ਇਹ ਪਹਿਲਾਂ ਤੁਹਾਨੂੰ ਦੂਸਰੇ ਇੱਕ ਘਰ ਦੀ ਜਿਹੜੀ ਦਿਖਾਈ ਹੈ ਫੁਟੇਜ, ਤੇ ਹੁਣ ਅਸੀਂ ਜਿਹੜੀ ਕਵਰੇਜ ਲੈ ਰਹੇ ਹਾਂ ਨਾਲ ਹੀ ਜਿਹੜਾ ਮਕਾਨ ਇਹਨਾਂ ਦਾ ਬਣਿਆ ਹੋਇਆ। ਤੇ ਹਾਲਾਤ ਤੁਸੀਂ ਇਸ ਮਕਾਨ ਦੇ ਦੇਖ ਸਕਦੇ ਹੋ, ਦਰਵਾਜ਼ੇ ਦੇਖ ਸਕਦੇ ਹੋ, ਤੇ ਕਿਸ ਤਰ੍ਹਾਂ ਇਹਨਾਂ ਦੀ ਮਤਲਬ ਹਾਲਤ ਹੈ ਜਿਹੜੀ ਉਹ ਖਸਤਾ ਹੋਈ ਪਈ ਹੈ। ਤੇ ਲੱਕੜ ਵੀ ਬਿਲਕੁਲ ਨਾਲੋਂ ਜਿਵੇਂ ਕਹਿ ਸਪਲਾਈ ਵੀ ਲੈ ਚੁੱਕੀ ਹੈ। ਤੇ ਫਰਸ਼ ਜਿਹੜਾ ਉਹ ਫਰਸ਼ ਬੈਠਾ ਹੋਇਆ ਜੀ, ਤੇ ਬਿਲਕੁਲ ਜਿਹੜੀ ਖਸਤਾ ਹਾਲਤ ਦੇ ਵਿੱਚ ਮਕਾਨ ਹੈ, ਤੇ ਜਿੱਥੇ ਆਪਣਾ ਗੁਜ਼ਾਰਾ ਕਰ ਰਹੇ ਆ। ਤੇ ਮਤਲਬ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਇਹਨਾਂ ਨੇ ਬੂਹਾ ਵੀ ਬੰਦ ਕੀਤਾ ਹੈ ਉਹ ਸਿੰਪਲ ਹੀ ਇੱਟਾਂ ਲਾ ਕੇ ਕੀਤਾ, ਉਹਦੇ 'ਚ ਮਤਲਬ ਇੰਨੀ ਵੀ ਪਰਿਵਾਰ ਦੀ ਹਿੰਮਤ ਨਹੀਂ ਪਈ ਕਿ ਉਹ ਸੀਮਿੰਟ ਲਾ ਕੇ ਚਲੋ ਥੋੜ੍ਹਾ ਉਹਨੂੰ ਕਰ ਸਕਣ। ਇਹ ਵੀ ਹੁਣ ਇੰਨੀ ਕੁ ਮੈਨੂੰ ਲੱਗਦਾ ਕਿ ਬਾਹਰੋਂ ਕੋਈ ਡੰਗਰ ਜੇ ਢੁੱਡ ਮਾਰੇ ਤੇ ਡਿੱਗ ਸਕਦਾ ਇਸ ਹਾਲਤ ਦੇ ਵਿੱਚ ਜੀ। ਬਿਲਕੁਲ। ਸੋ ਭਾਈ ਸਾਹਿਬ ਜੀ, ਤੁਸੀਂ ਭਾਈ ਸਾਹਿਬ ਨਾਲ ਵਿਚਰਦੇ ਹੋ, ਮਿਲਦੇ ਹੋ ਉਹਨਾਂ ਨੂੰ, ਤੇ ਕੀ ਗੱਲਬਾਤ ਉਹ ਅਕਸਰ ਤੁਹਾਡੇ ਨਾਲ ਕਰਦੇ ਆ ਜਦੋਂ ਠੀਕ ਹੁੰਦੇ ਆ? ਇਹ ਭਾਈ ਸਾਹਿਬ ਜੀ ਨਾ, ਅਸੀਂ ਜਦੋਂ ਛੋਟੇ ਸੀ ਨਾ, ਇਹ ਬਹੁਤ ਜ਼ਿਆਦਾ ਦੌੜ ਲਾਉਂਦੇ ਹੁੰਦੇ ਸੀਗੇ। ਇਹਨਾਂ ਸ਼ੌਂਕ ਬਹੁਤ ਸੀਗਾ ਦੌੜ ਲਾਉਣ ਦਾ। ਸਾਡੇ ਲਾਗੇ ਸਕੂਲ ਆ, ਇਹਨਾਂ ਨੇ 10 ਚੱਕਰ ਲਾਉਣੇ, ਖਾਣ ਨੂੰ ਨਹੀਂ ਘਰੋਂ ਕੁਛ ਮਿਲਦਾ ਸੀ। ਇੱਕ ਉਤਸ਼ਾਹ ਸੀ। ਫਿਰ ਇਹਨਾਂ ਨੇ ਅੱਗੇ ਜਿਹੜੇ ਨਿਊ ਜਨਰੇਸ਼ਨ ਆ ਰਹੇ ਉਹ ਮੁੰਡਿਆਂ ਨੂੰ ਇਸ ਬੰਨੇ ਲਾਇਆ ਦੌੜਾਂ ਦੇ ਵਿੱਚ। ਕਈ ਪੁਲਿਸ ਦੇ ਵਿੱਚ ਵੀ ਸਿਲੈਕਟ ਹੋਏ ਨੇ ਜਾ ਕੇ। ਇਹਨਾਂ ਸ਼ੌਂਕ ਇੱਕ ਚੀਜ਼ ਦਾ ਇਹ
ਫ੍ਰੀ ਸੇਵਾ ਕਰਨ ਦਾ ਜਾਂ ਕਹਿ ਲਓ ਜਨੂੰਨ ਹੈ ਇੱਕ ਇਹਨਾਂ ਨੂੰ ਇਹ ਵਾਲੀ ਚੀਜ਼ ਦਾ। ਮਿਹਨਤ ਹੀ ਪੂਰੀ ਕੀਤੀ, ਠੇਕਾ ਲਿਆ। ਠੇਕੇ ਦੇ ਜਦੋਂ ਹਾਲਾਤ ਚੰਗੇ ਸੀਗੇ, ਥੋੜ੍ਹਾ ਮਕਾਨ ਵੀ ਇਹਨਾਂ ਨੇ ਬਣਾਇਆ ਉਹ ਹਾਲਾਤਾਂ ਦੇ ਵਿੱਚ ਆ ਕੇ। ਸਾਈਕਲ ਸਟੈਂਡ ਦਾ ਠੇਕਾ ਸਾਈਕਲ ਸਟੈਂਡ ਦਾ ਠੇਕਾ ਸੀ, ਉਹ 'ਤੇ ਥੋੜ੍ਹੀ ਇਹਨਾਂ ਨੇ ਕਮਾਈ ਹੋ ਜਾਂਦੀ ਸੀ ਮਹੀਨੇ ਦੀ 15,000 ਰੁਪਈਆ ਜਾਂ ਜਿੰਨੀ ਵੀ ਹੋ ਜਾਵੇ। ਉਹਦੇ ਵਿੱਚ ਇਹਨਾਂ ਨੇ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਫੜ ਕੇ ਕੁਛ ਅਸੀਂ ਮਦਦ ਕੀਤੀ, ਥੋੜ੍ਹਾ ਜਿਹਾ ਇਹਨਾਂ ਨੂੰ ਇਹ ਸਟੈਂਡ ਕਰਤਾ ਵੀ ਚਲੋ ਇਹਨਾਂ ਦਾ ਗੁਜ਼ਾਰਾ ਠੀਕ ਹੋਣ ਲੱਗ ਪਿਆ। ਉਹ ਗੁਜ਼ਾਰੇ ਦੇ ਬੇਸ 'ਤੇ ਇਹਨਾਂ ਦੇ ਫਿਰ ਬੱਚੇ ਵੱਡੇ ਹੋ ਗਏ, +2 ਕਰ ਲਈ ਬੱਚਿਆਂ ਨੇ। ਇੱਕ ਕੁੜੀ ਇਹਨਾਂ ਦੀ ਪੜ੍ਹਨ ਵਾਲੀ ਆ, ਉਹ ਡਾਕਟਰ ਬਣਨਾ ਚਾਹੁੰਦੀ ਸੀਗੀ, ਹਾਲਾਤਾਂ ਦੇ ਵਾਸਤੇ ਫਿਰ ਨਹੀਂ ਆਇਆ। ਮੈਂ ਫਿਰ ਕਿਹਾ ਬੇਟਾ ਤੂੰ ਟੈਸਟ ਦੇ, ਔਰ ਉਹ BSc ਦੇ ਨਰਸਿੰਗ ਦੇ ਵਿੱਚ ਸਿਲੈਕਸ਼ਨ ਹੋ ਗਈ, ਉਹਦੀ ਵਧੀਆ ਰੈਂਕ 'ਚ ਆ ਗਈ। ਉਹ ਮੁੰਡਾ ਜੱਜ ਬਣਨਾ ਚਾਹੁੰਦਾ ਸੀਗਾ, ਵਕੀਲ ਬਣਨਾ ਚਾਹੁੰਦਾ ਸੀ, ਉਹਦੀ ਵੀ ਚਲੋ ਸਿਲੈਕਸ਼ਨ ਹੋ ਗਈ। ਹੁਣ ਅੱਗੇ ਆ ਕੇ ਇੱਕਦਮ ਇਹਨਾਂ ਦਾ ਸਾਈਕਲ ਸਟੈਂਡ ਦੀ ਕਚਹਿਰੀ ਸੀ ਉਹ ਬਾਹਰ ਚਲੇ ਗਈ ਜੀ। ਉੱਥੇ ਲੱਖਾਂ ਸਾਂ ਠੇਕਾ ਚਲੇ ਗਿਆ, ਅੱਗੇ ਵੱਡੇ ਵੱਡੇ ਮਗਰਮੱਛ ਆ ਗਏ, ਇਹਨਾਂ ਦਾ ਕੰਮ ਖਤਮ ਹੋ ਗਿਆ ਜੀ। ਇਹ ਫਿਰ ਆਪਣੀ ਜੱਦੀ ਪੁੱਛੀ ਉਹ ਡੈਡੀ ਹੋਣੀ ਸੀ ਉਹਨਾਂ ਦੇ ਨਾਲ, ਵਕੀਲ ਦੇ ਨਾਲ ਮੁੰਸ਼ੀ ਲਾਗੇ, ਫਾਈਲਾਂ ਚੁੱਕ ਚਾਹ ਪਾਣੀ ਪਿਆ, ਉਹਦੇ ਵਿੱਚ ਗੁਜ਼ਾਰਾ ਮਸਾਂ ਹੀ ਉਹਦੇ ਬੱਚੇ ਪੜ੍ਹਾਈ ਦੇ ਵਿੱਚ ਪੈ ਗਏ ਜੀ। ਖਰਚੇ ਵੱਧ ਗਏ ਇਹਨਾਂ ਦੇ, ਇੱਕਦਮ ਹੀ ਖਰਚੇ ਵੱਧ ਗਏ, ਇਨਕਮ ਦਾ ਸਾਧਨ ਬੰਦ ਹੋ ਗਿਆ, ਖਰਚੇ ਵੱਧ ਗਏ। ਹੁਣ ਕੁੜੀ ਦੀ ਆਏ 6 ਮਹੀਨਿਆਂ ਦੇ ਵਿੱਚ ਫੀਸ 50 ਤੋਂ 60,000 ਰੁਪਈਆ ਉਹਦੀ 6 ਮਹੀਨਿਆਂ ਦੀ ਫੀਸ ਹੈ ਕੁੜੀ ਦੀ ਉਹਦੀ। ਔਰ ਉਹ 4 ਸਾਲ ਦਾ ਆਈ ਥਿੰਕ ਕੋਰਸ ਆ ਉਹਦਾ, ਉਹ 3-4 ਸਾਲ ਦਾ ਉਹਦਾ ਕੁੜੀ ਦਾ। ਮੁੰਡੇ ਦਾ ਵੀ 4-5 ਸਾਲ ਦਾ ਕੋਰਸ, ਚਲੋ ਉਹਦਾ ਥੋੜ੍ਹਾ ਚਿਰ ਰਹਿ ਗਿਆ। ਹੁਣ ਇਹਨਾਂ ਇਨਕਮ ਦਾ ਸਾਧਨ ਬੰਦ ਹੋ ਗਿਆ। ਇਹ ਸਟ੍ਰੈਸ ਲੈ ਗਿਆ, ਸਟ੍ਰੈਸ ਇੰਨੀ ਕੁ ਲੈ ਗਿਆ ਵੀ ਮੈਨੂੰ ਲੱਗਦਾ ਤੇ ਬ੍ਰੇਨ ਟਿਊਮਰ ਬਣ ਗਿਆ ਜਾਂ ਆਇਆ ਸਰ ਰਿਪੋਰਟ ਵੀ ਇੰਨਾ ਜ਼ਿਆਦਾ ਸਟ੍ਰੈਸ ਲੈ ਗਿਆ ਵੀ ਇਹਦੇ ਕੋਲ ਹੁਣ ਤੁਰਨਾ ਵੀ ਔਖਾ ਹੋ ਗਿਆ ਸੀ, ਹੱਥ ਪੈਰ ਕੰਬਦੇ ਸੀ, ਆ ਸਾਈਡ ਵੀਕ ਹੋ ਗਈ। ਤੇ ਜਦੋਂ ਬਾਬਾ ਜੀ ਦੇ ਅਸੀਂ ਦਾਖਲ ਕਰਿਆ, ਜਾਂਦੇ ਨਹੀਂ ਸੀਗੇ, ਕਹਿੰਦੇ ਖਰਚੇ ਬਹੁਤ ਨੇ, ਅਸੀਂ ਕਿੱਥੋਂ ਗੁਜ਼ਾਰਾ ਕਰਾਂ। ਚਲੋ ਅਸੀਂ ਉੱਥੇ ਭੇਜਿਆ, ਬਾਬਾ ਜੀ ਦੇ ਬੇਨਤੀ ਕੀਤੀ ਬਾਬਾ ਜੀ ਨੂੰ ਵੀ, ਬਾਬਾ ਜੀ ਮਾਤੜ ਬੰਦੇ ਨੇ ਇਸ ਤਰ੍ਹਾਂ। ਔਰ ਟੈਸਟ ਹੋਏ, ਟੈਸਟਾਂ ਦੇ ਵਿੱਚ ਇਹਨਾਂ ਦਾ ਉਹ ਬ੍ਰੇਨ ਟਿਊਮਰ ਆ ਗਿਆ ਇਹਨਾਂ ਦਾ, ਉਹਦੇ ਵਿੱਚ ਪਾਣੀ ਭਰਿਆ ਆ ਗਿਆ ਸਾਰਾ। ਸ਼ੂਗਰ ਵੀ ਇਹਨਾਂ ਦੀ ਬਹੁਤ ਹਾਈ ਜਾਂਦੀ ਹੈ ਇਹਨਾਂ ਦੀ। ਔਰ ਉੱਥੇ ਟੈਨਸ਼ਨ ਲੈ ਰਹੇ ਨੇ ਇਹ, ਪਤਾ ਨਹੀਂ ਉੱਥੇ ਕੀ ਬਣਾ। ਤੇ ਮੈਨੂੰ ਹੱਥ ਜੋੜ ਕੇ ਕਹਿੰਦੇ ਨੇ ਮਾਂ ਵੀਰ ਇੱਕ ਮੇਰੀ ਬੇਨਤੀ ਹੈ ਤੇਰੇ ਅੱਗੇ, ਮੈਨੂੰ ਕੁਛ ਹੋ ਗਿਆ, ਮੇਰੀ ਬੇਟੀ ਪੜ੍ਹਨ ਵਾਲੀ ਆ, ਤੂੰ ਉਹਦੀ ਫੀਸ ਦਾ ਪ੍ਰਬੰਧ ਕਰਕੇ ਉਹਦਾ ਕੋਰਸ ਪੂਰਾ ਕਰਾ ਦੀ। ਦੇਖੋ ਕਿੱਡੀ ਵੱਡੀ ਗੱਲ ਹੈ, ਬੰਦਾ ਆਪਣੇ ਬਾਰੇ ਸੋਚ ਰਿਹਾ, ਆਪਣੇ ਬੱਚਿਆਂ ਬਾਰੇ ਸੋਚ ਰਿਹਾ ਆਖਰ। ਤੇ ਮੇਰੇ ਅੱਖਾਂ 'ਚ ਪਾਣੀ ਆ ਗਿਆ ਉੱਥੇ। ਮੈਂ ਕਿਹਾ ਕੋਈ ਨਹੀਂ ਵੀਰ ਜੀ, ਜੇ ਤੁਸੀਂ ਸਾਡੇ ਲਈ ਨੇ ਕੀਤਾ ਅਸੀਂ ਵੀ ਤੁਹਾਡੇ ਲਈ ਕਰਾਂਗੇ, ਕੋਈ ਗੱਲ, ਤੁਸੀਂ ਪਿੱਛੋਂ ਬੱਚਿਆਂ ਦੀ ਟੈਨਸ਼ਨ ਨਾ ਕਰੋ, ਤੁਸੀਂ ਆਪ ਠੀਕ ਹੋ। ਤੁਸੀਂ ਇਹ ਸੋਚੋ ਵੀ ਮੈਂ ਬੱਚਿਆਂ ਨੂੰ ਉੱਥੋਂ ਤੱਕ ਪਹੁੰਚਾਉਣਾ ਵਾ, ਅਸੀਂ ਕੌਣ ਕਰਨ ਵਾਲੇ, ਮੈਂ ਵੀ ਗਾਂ ਸੁੱਖ ਲਿਆ ਸਾਂ। ਜੇ ਤੁਹਾਡੀ ਕੁੜੀ ਚੰਗੇ ਪੜ੍ਹ ਗਈ, ਬੱਚੇ ਚੰਗੇ ਪੜ੍ਹ ਗਏ, ਤੁਹਾਡੇ ਗਰੀਬੀ ਦੇ ਦਿਨ ਕੱਟੇ ਜਾਣਗੇ। ਤੁਹਾਡੇ ਸਾਰਿਆਂ ਦੇ ਇੱਕ ਦਿਨ ਆਉਂਦਾ ਵਾ। ਔਰ ਕੋਈ ਬੱਚਾ ਪੜ੍ਹੇ, ਹੁਣ ਸਾਡੇ ਮੰਮੀ ਡੈਡੀ ਸੀ ਉਹ ਵੀ ਗਾਂ ਪੜ੍ਹ ਗਏ, ਅਸੀਂ ਗਾਂ ਸੁੱਖ ਲੈ ਲਿਆ ਉਹਨਾਂ ਦਾ, ਅਸੀਂ ਗਾਂ ਪੜ੍ਹ ਗਏ। ਇਸ ਤਰ੍ਹਾਂ ਇਹਨਾਂ ਗਰੀਬ ਪਰਿਵਾਰ ਦੇ ਵਿੱਚੋਂ ਜੇ ਸੰਗਤ ਜੀ ਆਪਣੇ ਸਹਿਯੋਗ ਦੇ ਨਾਲ ਇਹ ਬੱਚੇ ਪੜ੍ਹ ਜਾਣ, ਇਹ ਠੀਕ ਹੋ ਜਾਵੇ, ਆਪਣਾ ਘਰ ਲੈ ਤੁਰੇ, ਤੇ ਹੋਰ ਆਪਾਂ ਨੂੰ ਕੀ ਇਸ ਤੋਂ ਵੱਡਾ ਪੁੰਨ ਕੀ ਹੋ ਸਕਦਾ। ਬਜਾਏ ਆਪਾਂ ਦਸਵੰਧ ਇਸੇ ਕਰਕੇ ਤੇ ਆਪਾਂ ਕੱਢਦੇ ਗੁਰਸਿੱਖ ਹੋਣ ਦੇ ਨਾਤੇ ਵੀ ਆਪਣਾ ਥਾਂ ਪਵੇ, ਤੇ ਥਾਂ ਇਹੋ ਜਿਹੇ ਗਰੀਬ ਪਰਿਵਾਰ 'ਚ ਹੀ ਪੈ ਸਕਦਾ। ਇਹਨਾਂ ਦੇ ਬੱਚੇ ਕੱਲ੍ਹ ਨੂੰ ਸਾਰੀ ਉਮਰ ਸੀਸਾਂ ਦੇਣਗੇ। ਹੁਣ ਜਿਹਨੂੰ ਕੁਛ ਹੋ ਜਾਏ, ਲੜਕਿਆਂ ਦਾ ਖਰਚ, ਕੋਈ ਗੱਲਬਾਤ, ਘਰ ਦੇ ਹਾਲਾਤ ਕਿੱਥੋਂ ਜਾਣਗੇ ਇਹਨਾਂ ਦੇ ਵਿਚਾਰਿਆਂ ਦੇ। ਜਿਹੜਾ ਉਹ ਕਮਾ ਕੇ ਲਿਆਉਂਦਾ ਸੀ, ਇਕੱਲਾ ਚਲਾ ਰਿਹਾ ਘਰ ਨੂੰ ਉਹ ਜੀ, ਤੇ ਕਿੱਥੋਂ ਉਹ ਪੂਰੀ ਪਊਗੀ। ਅਸੀਂ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਜੀ ਉਹ ਠੀਕ ਹੋ ਕੇ ਆਵੇ, ਆਪਣੇ ਬੱਚਿਆਂ ਸਾਂਭੇ, ਔਰ ਕੁੜੀ ਦਾ ਲੜਕੇ ਦਾ ਇਸ ਤਰ੍ਹਾਂ ਕੋਰਸ ਪੂਰਾ ਹੋ ਜਾਵੇ ਸਹਿਯੋਗ ਨਾਲ। ਹੋਰ ਕੀ ਚਾਹੀਦਾ ਆਪਾਂ ਨੂੰ। ਸੰਗਤ ਜੀ, ਸਾਰੀ ਗੱਲਬਾਤ ਤੁਸੀਂ ਭਾਈ ਸਾਹਿਬ ਜੀ ਦੀ ਸੁਣੀ, ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮਤਲਬ ਭਾਈ ਸਾਹਿਬ ਐਡਮਿਟ ਨੇ ਹਸਪੀਟਲ ਦੇ ਵਿੱਚ, ਉਹਨਾਂ ਦੀ ਹਾਲਤ ਤੁਹਾਨੂੰ ਦਿਖਾਈ ਜਾਵੇ, ਉਹਨਾਂ ਦੀ ਕਰੰਟ ਹੁਣ ਕੀ ਸਿਚੁਏਸ਼ਨ ਹੈ ਉਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਵੇ। ਨਾਲ ਦੀ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦੇ ਵਿਚਾਰ ਵੀ ਜਾਣਾਂਗੇ ਕਿ ਕਿਹੜੇ ਟਰੀਟਮੈਂਟ ਦੀ ਇਹਨਾਂ ਨੂੰ ਲੋੜ ਹੈ, ਕੀ ਖਰਚੇ ਦਾ ਐਸਟੀਮੇਟ ਕੀ ਹੈ, ਜਾਂ ਕਿੰਨਾ ਸਮਾਂ ਲੱਗੇਗਾ ਇਹਨਾਂ ਦਾ ਕੰਪਲੀਟ ਟਰੀਟਮੈਂਟ ਹੋਣ 'ਤੇ। ਪੂਰੀ ਗੱਲਬਾਤ 'ਤੇ ਆਪਾਂ ਨਜ਼ਰ ਮਾਰਾਂਗੇ, ਅਤੇ ਤਦ ਤੱਕ ਤੁਹਾਡੇ ਤੋਂ ਸਾਰਿਆਂ ਤੋਂ ਆਸ ਦੀ ਇੱਕ ਉਮੀਦ ਰੱਖਦੇ ਹੋਏ ਇੱਕ ਆਸ ਦੇ ਨਾਲ ਆਗਿਆ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਭਾਈ ਸੁਰਿੰਦਰਪਾਲ ਸਿੰਘ ਜੀ ਨੂੰ ਆਪਾਂ ਉਹਨਾਂ ਦੇ ਘਰੇ ਗਏ ਸੀ, ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਉਹਨਾਂ ਦੇ ਪਰਿਵਾਰ ਨੂੰ ਮਿਲੇ, ਉਹਨਾਂ ਦੇ ਮਾਤਾ ਪਿਤਾ ਭਰਾ ਨੂੰ ਮਿਲੇ। ਉਸ ਤੋਂ ਬਾਅਦ ਆਪਾਂ ਹੁਣ ਹਸਪੀਟਲ ਵਿਖੇ ਪਹੁੰਚੇ ਹਾਂ ਜੀ।